ਅੱਜ ਇੱਕ ਐਸਾ ਨੌਜਵਾਨ ਮਿਲਾਵਾਂਗੇ ਜਿਹੜੇ ਨੇ BSc ਐਗਰੀਕਲਚਰ ਕੀਤੀ। BSc ਐਗਰੀਕਲਚਰ ਕਰਕੇ ਉਹ ਵਿਦੇਸ਼ਾਂ 'ਚ ਨਹੀਂ ਗਿਆ ਜਾਂ +2 ਕਰਕੇ ਉਹ ਵਿਦੇਸ਼ਾਂ 'ਚ ਨਹੀਂ ਗਿਆ। ਉਹਨੇ ਕੀ ਕਰਿਆ, ਇੱਕ ਗੱਡੀ ਲਈ, ਗੱਡੀ ਵੀ ਪਹਿਲਾਂ ਦੀ ਸੀ ਤੇ ਉਹਦੇ ਵਿੱਚ ਰੱਖ ਕੇ ਬਰਫੀ ਵੇਚਣ ਲੱਗ ਗਿਆ। 2019 ਤੋਂ ਬਾਅਦ ਜਿਹੜੇ ਆਰਡਰ ਆਉਂਦੇ ਸੀ ਘਿਓ ਦੇ ਆ ਗਏ, ਪਨੀਰ ਦੇ ਆ ਗਏ, ਉਹ ਡਿਲੀਵਰ ਕਰਦੇ ਸੀ। ਬਟ ਜਿਹੜਾ ਇਹ ਹੈ ਥੋੜ੍ਹਾ ਜਿਹਾ ਹੁਣ ਮੇਰੇ ਕੋਲ ਮਿਲਕ ਦੀ ਪ੍ਰੋਡਕਸ਼ਨ ਹੋ ਗਈ ਅਤੇ ਮੈਂ 100% ਇਸੇ ਬਿਜ਼ਨਸ 'ਚ ਆਪਣਾ ਦੇ ਰਿਹਾ, ਤਾਂ ਇਸ ਕਰਕੇ ਥੋੜ੍ਹੀ ਜਿਹੀ ਮਾਰਕੀਟ ਪਰਪਸ ਬਣਾਉਣ ਲਈ ਮੈਂ ਇਹ ਕਨਸੈਪਟ ਚੂਜ਼ ਕੀਤਾ ਹੈ ਕਿ ਸ਼ੋਪ ਔਨ ਵੀਲ। ਇਸ 'ਚ ਆਪਾਂ ਸਿਰਫ ਗਾਜਰ ਅਤੇ ਖੋਆ ਅਤੇ ਦੁੱਧ ਅਤੇ ਚੀਨੀ ਅਤੇ 4:30 ਵਜੇ ਅਸੀਂ ਜਿਹੜਾ ਹੈਗਾ ਖੋਆ ਬਣਾਉਣ ਲੱਗ ਜਾਂਦੇ ਹਾਂ ਅਤੇ 8-9 ਵਜੇ ਤੱਕ ਖੋਆ ਬਣ ਜਾਂਦਾ। ਉਸ ਤੋਂ ਬਾਅਦ ਉਹਦੀ ਬਰਫੀ ਬਣਾ ਦਿੰਦੇ ਹਾਂ ਅਤੇ ਫਿਰ ਨਾਲ ਦੀ ਨਾਲ ਜਿਹੜਾ ਹੈਗਾ ਗਾਜਰ ਪਾ ਕੇ ਆ, ਜਿਹਨੂੰ ਆਪਾਂ ਗਜਰੇਲਾ ਬਰਫੀ ਆ, ਗਾਜਰ ਦੀ ਬਰਫੀ ਕਹਿੰਦੇ ਹਾਂ, ਫਿਰ ਉਹ ਵੀ ਨਾਲ ਦੀ ਨਾਲ ਅਸੀਂ ਬਣਾਉਂਦੇ ਹਾਂ। ਜਿਹੜਾ ਹੈਗਾ 2 ਕੜਾਹੀਆਂ ਦੇ ਕੰਮ ਚੱਲਦਾ, ਇੱਕ 'ਚ ਖੋਆ ਚੱਲਦਾ ਅਤੇ ਦੂਜੇ 'ਚ ਗਜਰੇਲਾ ਚੱਲਦਾ। ਇਸ 'ਚ ਸਿਰਫ ਆਪਾਂ 100% ਖੋਆ ਅਤੇ ਚੀਨੀ, ਤੀਜੀ ਚੀਜ਼ ਆਪਾਂ ਕੋਈ ਐਡ ਨਹੀਂ ਕਰਦੇ, ਨਾ ਕੋਈ ਪ੍ਰੀਜ਼ਰਵੇਟਿਵ ਐਡ ਕਰਦੇ ਹਾਂ, ਨਾ ਕੋਈ ਐਡੀਟਿਵ, ਕੁਝ ਵੀ ਯੂਜ਼ ਨਹੀਂ ਕਰਦੇ। ਸ਼ਰਮ ਆਉਂਦੀ ਹੈ ਮਾੜਾ ਮੋਟਾ ਇਹ ਕੰਮ ਕਰਦਿਆਂ ਨੂੰ ਜਾਂ ਨਹੀਂ ਆਉਂਦੀ, ਜਾਂ ਹੁਣੇ ਹਟ ਗਈ? ਹੁਣ ਆਣੋਂ ਹਟ ਗਈ। ਪਹਿਲੇ ਦਿਨ ਹੋਇਆ ਸੀ ਜਦੋਂ ਗੱਡੀ ਲੈ ਕੇ ਘਰ ਤੋਂ ਤੁਰੇ ਸੀ, ਪਹਿਲੇ ਦਿਨ ਇੱਥੇ ਤੱਕ ਇਹੀ ਸੀ। ਇਹ 15 ਤੋਂ 20 ਮਿੰਟ ਲੱਗ ਜਾਂਦੇ ਉੱਥੇ ਪਹੁੰਚਣ ਨੂੰ, ਤਾਂ ਉਹ 15 ਤੋਂ 20 ਮਿੰਟ ਮੇਰੇ ਜ਼ਿਹਨ 'ਚ ਇਹੀ ਗੱਲ ਚੱਲ ਰਹੀ ਸੀ ਵੀ ਹੋਊਗਾ ਕਿਵੇਂ, ਸਟਾਰਟ ਕਿਵੇਂ ਹੋਊਗਾ, ਕਿਵੇਂ ਕਰਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ TV। ਅੱਜ ਇੱਕ ਵੱਖਰੇ ਜਿਹੇ ਨੌਜਵਾਨ ਨਾਲ ਮਿਲਾਉਣ ਲੱਗੇ ਹਾਂ, ਜਿੱਥੇ ਦੇਸ਼ ਦੁਨੀਆ ਦੇ ਵਿੱਚ ਵਿਦੇਸ਼ਾਂ ਦੀ ਮੰਗ, ਖਾਸ ਕਰਕੇ ਸਾਡੇ ਪੰਜਾਬੀਆਂ 'ਚ ਬਹੁਤ ਜ਼ਿਆਦਾ ਲੋਕ ਵਿਦੇਸ਼ਾਂ ਵੱਲ ਨੂੰ ਭੱਜਦੇ ਆ। 12ਵੀਂ ਕੀਤੀ ਨਹੀਂ ਕਿ ਬਾਹਰ ਦਾ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣ ਦੇ ਸੁਪਨੇ ਅਸੀਂ ਪਹਿਲਾਂ ਲੈਣ ਲੱਗ ਜਾਂਦੇ ਅਤੇ ਮਾਪੇ ਵੀ। ਅਤੇ ਪਰ ਅੱਜ ਇੱਕ ਐਸਾ ਨੌਜਵਾਨ ਮਿਲਾਵਾਂਗੇ ਜਿਹੜੇ ਨੇ BSc ਐਗਰੀਕਲਚਰ ਕੀਤੀ। BSc ਐਗਰੀਕਲਚਰ ਕਰਕੇ ਉਹ ਵਿਦੇਸ਼ਾਂ 'ਚ ਨਹੀਂ ਗਿਆ ਜਾਂ +2 ਕਰਕੇ ਉਹ ਵਿਦੇਸ਼ਾਂ 'ਚ ਨਹੀਂ ਗਿਆ। ਉਹਨੇ ਕੀ ਕਰਿਆ, ਇੱਕ ਗੱਡੀ ਲਈ, ਗੱਡੀ ਵੀ ਪਹਿਲਾਂ ਦੀ ਸੀ ਅਤੇ ਉਹਦੇ ਵਿੱਚ ਰੱਖ ਕੇ ਬਰਫੀ ਵੇਚਣ ਲੱਗ ਗਿਆ। ਨੌਜਵਾਨ ਇਹ ਵੀ ਕਹਿੰਦਾ ਹੈ ਕਿ ਮੈਂ ਹੁਣ ਇਹ ਗੱਡੀ ਦੇ ਵਿੱਚ ਸਬਜ਼ੀ ਵੀ ਵੇਚਿਆ ਕਰੂੰਗਾ। ਬਹੁਤ ਵੱਖਰੀ ਜੀ ਸੋਚ ਦਾ ਮਾਲਕ ਆ। ਗੱਲਬਾਤ ਕਰ ਲੈਂਦੇ। ਵੀਰ ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜਿੰਦਰ ਸਿੰਘ ਹੈ। ਅੱਛਾ, ਪਿੰਡ ਕਿਹੜਾ ਜੀ? ਪਿੰਡ ਮੰਜੋਲੀ ਹੈ ਜੀ, ਡਿਸਟ੍ਰਿਕਟ ਪਟਿਆਲਾ ਅਤੇ ਬਲੋਕ ਘਨੌਰ ਪੈਂਦਾ। ਅੱਛਾ, ਹਾਂਜੀ। ਇਸ ਵਕਤ ਅਸੀਂ ਫੇਸ 2 ਪਟਿਆਲਾ ਦੇ ਵਿੱਚ ਖੜ੍ਹੇ ਹਾਂ ਅਤੇ ਬਾਈ ਜੀ ਇਹ ਵੱਖਰਾ ਜਾਂ ਯੂਨੀਕ ਕਨਸੈਪਟ ਹੈ ਦਿਮਾਗ ਦੇ ਵਿੱਚ ਆਇਆ ਕਿਵੇਂ? ਕਿਸੇ ਨੂੰ ਦੇਖਿਆ ਸੀ ਪਹਿਲਾਂ? ਨਹੀਂ ਭਾਅ ਜੀ, ਜਿਹੜਾ ਹੈਗਾ ਵੈਸੇ ਤਾਂ 2019 ਤੋਂ ਹੀ ਕਰ ਰਹੇ ਹਾਂ। 2019 ਤੋਂ ਬਾਅਦ ਜਿਹੜੇ ਆਰਡਰ ਆਉਂਦੇ ਸੀ ਘਿਓ ਦੇ ਆ ਗਏ, ਪਨੀਰ ਦੇ ਆ ਗਏ, ਉਹ ਡਿਲੀਵਰ ਕਰਦੇ ਸੀ। ਬਟ ਜਿਹੜਾ ਇਹ ਹੈ ਥੋੜ੍ਹਾ ਜਿਹਾ ਹੁਣ ਮੇਰੇ ਕੋਲ ਮਿਲਕ ਦੀ ਪ੍ਰੋਡਕਸ਼ਨ ਹੋ ਗਈ ਅਤੇ ਮੈਂ 100% ਇਸੇ ਬਿਜ਼ਨਸ 'ਚ ਆਪਣਾ ਦੇ ਰਿਹਾ, ਤਾਂ ਇਸ ਕਰਕੇ ਥੋੜ੍ਹੀ ਜਿਹੀ ਮਾਰਕੀਟ ਪਰਪਸ ਬਣਾਉਣ ਲਈ ਮੈਂ ਇਹ ਕਨਸੈਪਟ ਚੂਜ਼ ਕੀਤਾ ਹੈ ਕਿ ਸ਼ੋਪ ਔਨ ਵੀਲ। ਅੱਛਾ, ਹਾਂਜੀ। ਅਤੇ ਭਾਈ ਜੀ ਪੜ੍ਹੇ ਲਿਖੇ ਕਿੰਨੀ ਕੁ ਕੁਆਲੀਫਿਕੇਸ਼ਨ? ਭਾਈ ਮੇਰੀ ਗ੍ਰੈਜੂਏਸ਼ਨ ਹੈ ਐਗਰੀਕਲਚਰ ਸਾਇੰਸ 'ਚ, BSc ਐਗਰੀਕਲਚਰ। ਫਿਰ ਬਾਹਰ ਜਾਣ ਦਾ ਨਹੀਂ ਸੋਚਿਆ ਬਾਈ, ਜਾਂ ਵਿਦੇਸ਼ਾਂ ਦੀ ਜਿਹੜੇ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣ ਦਾ ਨਹੀਂ ਸੋਚਿਆ ਹੈ? ਹਾਂਜੀ ਭਾਅ ਜੀ, ਸੋਚਿਆ ਸੀ। 2017 'ਚ ਮੈਂ ਖੁਦ ਹੀ ਅਪਲਾਈ ਕੀਤਾ ਸੀ ਅਤੇ ਉੱਥੇ ਸਿਲੈਕਸ਼ਨ ਵੀ ਹੋ ਗਈ ਸੀ, ਇੰਟਰਵਿਊ ਕਲੀਅਰ ਹੋ ਗਿਆ ਸੀ ਰੋਮ ਬਿਜ਼ਨਸ ਸਕੂਲ 'ਚ। ਅਤੇ ਬਟ ਉਹ ਜਿਹੜਾ ਹੈਗਾ ਸੀ, ਫੈਮਿਲੀ ਨੇ ਥੋੜ੍ਹਾ ਜਿਹਾ ਮੈਨੂੰ ਇਹ ਪੁਸ਼ ਕੀਤਾ ਕਿ ਆਪਣੇ ਕੋਲ ਖੇਤੀ ਹੈ, ਆਪਣੇ ਕੋਲ ਪਸ਼ੂ ਵੀ ਹੈਗੇ ਹੈ, ਤੂੰ ਜੇ ਜੋਬ ਨਹੀਂ ਕਰਨੀ ਤਾਂ ਆਪਣਾ ਕੰਮ ਸਾਂਭ। ਤਾਂ ਉੱਧਰੋਂ ਜਿਹੜਾ ਮਾਤਾ ਜੀ ਦਾ ਇਹ ਹੌਂਸਲਾ ਸੀ, ਉਸ ਹੌਂਸਲੇ ਨੇ ਹੋਰ ਉਹ ਕਰਤਾ ਕਿ ਇਹ ਕੰਮ ਕਰੀਏ। ਹਾਂਜੀ ਬਾਈ, ਸ਼ਰਮ ਆਉਂਦੀ ਹੈ ਮਾੜਾ ਮੋਟਾ ਇਹ ਕੰਮ ਕਰਦਿਆਂ ਨੂੰ ਜਾਂ ਨਹੀਂ ਆਉਂਦੀ, ਜਾਂ ਹੁਣੇ ਹਟ ਗਈ? ਹੁਣ ਆਣੋਂ ਹਟ ਗਈ। ਪਹਿਲੇ ਦਿਨ ਹੋਇਆ ਸੀ ਜਦੋਂ ਗੱਡੀ ਲੈ ਕੇ ਘਰ ਤੋਂ ਤੁਰੇ ਸੀ, ਪਹਿਲੇ ਦਿਨ ਇੱਥੇ ਤੱਕ ਇਹੀ ਸੀ। ਇਹ 15 ਤੋਂ 20 ਮਿੰਟ ਲੱਗ ਜਾਂਦੇ ਉੱਥੇ ਪਹੁੰਚਣ ਨੂੰ, ਤਾਂ ਉਹ 15 ਤੋਂ 20 ਮਿੰਟ ਮੇਰੇ ਜ਼ਿਹਨ 'ਚ ਇਹੀ ਗੱਲ ਚੱਲ ਰਹੀ ਸੀ ਵੀ ਹੋਊਗਾ ਕਿਵੇਂ, ਸਟਾਰਟ ਕਿਵੇਂ ਹੋਊਗਾ, ਕਿਵੇਂ ਕਰਾਂਗੇ। ਬਟ ਜਦੋਂ ਇੱਥੇ ਪਹੁੰਚੇ, 1-2 ਕਸਟਮਰ ਆਏ ਤਾਂ ਉਹਨਾਂ ਨੇ ਸ਼ਾਬਾਸ਼ੀ ਦਿੱਤੀ, ਫਿਰ ਹੌਂਸਲਾ ਜਿਹਾ ਹੋ ਗਿਆ। ਹੁਣ ਦਿਲ ਖੁੱਲ੍ਹ ਗਿਆ, ਜਿਵੇਂ ਆਉਂਦੇ ਨੇ ਰਿਪੀਟ ਕਸਟਮਰ ਬਣ ਗਏ, ਉਹ ਹਾਲ ਚਾਲ ਵੀ ਪੁੱਛ ਕੇ ਜਾਂਦੇ ਹੈ ਅਤੇ ਉਹਨਾਂ ਦੇ ਔਡਰ ਵੀ ਹੈ। ਹੁਣ ਜਿਵੇਂ ਉਹ ਸਨੈਕਸ ਖਾਂਦੇ ਸੀ, ਨਮਕੀਨ ਵਗੈਰਾ ਖਾਂਦੇ ਸੀ ਚਾਹ ਨਾਲ, ਹੁਣ ਉਹ ਬਰਫੀ ਖਾਂਦੇ ਹੈ ਅਤੇ ਉਹ ਰਿਪੀਟ ਹੋ ਗਏ ਕਿ 1-2 ਦਿਨ ਬਾਅਦ ਉਹਨਾਂ ਨੇ ਆਉਣਾ ਹੀ ਆਉਣਾ ਹੈ। ਅੱਛਾ, ਜਾਣੀ ਜਦੋਂ ਪਹਿਲੀ ਵਾਰ ਆ ਕੇ ਖੜ੍ਹੇ ਤਾਂ ਉਦੋਂ ਲੱਤਾਂ ਵੀ ਕਾਉਂਦੀਆਂ ਹੋਣਗੀਆਂ ਯਾਰ, ਕਿ ਮਾਹੌਲ ਬਹੁਤ ਵੱਖਰਾ ਜਿਹਾ। ਇਹ ਜਿਹੜੀ ਅਰਬਨ ਸਟੇਟ ਫੇਸ 2 ਮਾਰਕੀਟ ਤਾਂ ਬਹੁਤ ਵੱਡੇ ਲੋਕ ਇੱਥੇ ਆਉਂਦੇ ਹੈ ਕਿ ਇੱਕ ਮੁੰਡਾ ਸੜਕ ਕਿਨਾਰੇ ਆਪਦੀ ਜਨਰੇਸ਼ਨ ਦੇ ਮੁੰਡਿਆਂ ਨੂੰ ਦੇਖਦਾ, ਖਾਸ ਕਰਕੇ ਯੂਨੀਵਰਸਿਟੀ ਨੇੜੇ ਲੱਗਦੀ ਆ, ਯੂਨੀਵਰਸਿਟੀ ਵਾਲੇ ਇੱਥੇ ਮੁੰਡੇ ਕੁੜੀਆਂ ਦੇਖਦੇ ਹੋਣਗੇ, ਫੀਲ ਨਹੀਂ ਹੁੰਦੀ? ਝਿਜਕ ਜੀ ਤਾਂ ਹੁੰਦੀ ਉਹ ਹੈ ਨਾ ਅੰਦਰ ਇੱਕ। ਹਾਂਜੀ, ਉਹ ਪਹਿਲਾਂ ਤਾਂ ਬਹੁਤ ਝਿਜਕ ਹੋਈ ਵੀ ਇਹ ਕੀ ਸੋਚਣਗੇ। ਪਹਿਲਾਂ ਮੈਨੂੰ ਇਹ ਹੁੰਦਾ ਸੀ ਵੀ ਹਾਂ ਮੈਂ ਉਹਨਾਂ ਦਾ ਬ੍ਰੇਨ ਪੜ੍ਹ ਰਿਹਾ, ਚਾਹੇ ਉਹ ਮੇਰੇ ਵੱਲ ਥੋੜ੍ਹਾ ਜਿਹਾ ਦੇਖ ਰਹੇ ਆ, ਪਰ ਮੈਨੂੰ ਇਹ ਲੱਗਦਾ ਸੀ ਵੀ ਹਾਂ ਮੇਰੇ ਬਾਰੇ ਗੱਲਾਂ ਕਰ ਰਹੇ ਆ ਵੀ ਇਹ ਕੀ ਕੰਮ ਕਰ ਰਿਹਾ। ਬਟ ਹੁਣ ਜਿਵੇਂ ਹੌਂਸਲਾ ਮਿਲਦਾ ਗਿਆ, ਸੇਲ ਹੁੰਦੀ ਗਈ
ਪ੍ਰੋਫਿਟ ਲੱਗਦਾ ਹੈ ਵੀ ਹਾਂ ਪ੍ਰੋਫਿਟ ਹੋ ਰਿਹਾ ਤਾਂ ਹੁਣ ਹੌਸਲਾ ਮਿਲਦਾ ਹੈ। ਹੁਣ ਇਹ ਹੁੰਦਾ ਹੈ ਕਿ ਕੰਮ ਹੋਰ ਵਧਾਈਏ। ਲੱਗਦਾ ਕਿ ਜਿਹੜੇ ਬਾਹਰ ਨੂੰ ਰੁੱਖ ਕਰ ਰਹੇ ਨੌਜਵਾਨ ਉਹਨਾਂ ਨੂੰ ਆਪਣੇ ਜਿਵੇਂ ਤੁਸੀਂ ਪਹਿਲਾਂ ਗੱਲ ਆਖੀ ਕਿ ਪ੍ਰੋਸੈਸ ਕਰਕੇ ਆਪਣਾ ਜਿਹੜੀ ਵੀ ਚੀਜ਼ ਅਸੀਂ ਪ੍ਰੋਡਕਟ ਤਿਆਰ ਕਰਦੇ ਹਾਂ ਉਹਨੂੰ ਪ੍ਰੋਸੈਸ ਕਰਕੇ ਇੱਕ ਪ੍ਰੋਡਕਟ ਨੂੰ ਮਾਰਕੀਟ 'ਚ ਲੈ ਕੇ ਆਈਏ ਤਾਂ ਵਧੇਰੇ ਮੁਨਾਫਾ ਹੋ ਸਕਦਾ। ਜਿਵੇਂ ਤੁਸੀਂ ਕਹਿ ਰਹੇ ਹੋ ਦੁੱਧ ਦਾ ਤੁਹਾਡਾ ਕੰਮ ਹੈ, ਦੁੱਧ ਤੋਂ ਬਰਫੀ ਬਣਾ ਲਈ ਅਤੇ ਮਾਰਕੀਟ ਦੇ ਵਿੱਚ ਸੇਲ ਕਰਨ ਲੱਗੇ, ਇੱਕ ਵਧੀਆ ਮੁਨਾਫੇ ਦਾ ਕੰਮ। ਲੱਗਦਾ ਕਿ ਨੌਜਵਾਨ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਨੂੰ ਐਸੇ ਕਨਸੈਪਟਾਂ ਦੇ ਉੱਤੇ ਕੰਮ ਕਰਨਾ ਚਾਹੀਦਾ। ਹਾਂਜੀ ਭਾਜੀ, ਜਿਹੜਾ ਇਹ ਕਨਸੈਪਟ ਹੈਗਾ ਨਾ ਪ੍ਰੋਸੈਸਿੰਗ ਦਾ, ਇਹਨੂੰ ਜਦੋਂ ਪ੍ਰੋਸੈਸਿੰਗ ਵਰਡ ਬੋਲਦੇ ਆ ਉਹਨਾਂ ਨੂੰ ਇਹ ਲੱਗਦਾ ਹੈ ਪਤਾ ਨਹੀਂ ਇਹ ਕਿੱਡਾ ਕੁ ਵੱਡਾ ਸਬਜੈਕਟ ਹੈ। ਸਬਜੈਕਟ ਤਾਂ ਬਹੁਤ ਵੱਡਾ ਹੈ ਪਰ ਇਸ 'ਚ ਛੋਟੀ ਛੋਟੀ ਟਰਮਸ ਵੀ ਹੈਗੀਆਂ। ਜਿਵੇਂ ਪ੍ਰੋਸੈਸਿੰਗ ਇਹ ਨਹੀਂ ਹੋ ਗਿਆ ਵੀ ਤੁਸੀਂ ਰਾਅ ਮਟੀਰੀਅਲ ਤੋਂ ਕੁਝ ਬਣਾਉਣਾ ਹੈ, ਰਾਅ ਮਟੀਰੀਅਲ ਨੂੰ ਵੀ ਤੁਸੀਂ ਸਾਫ਼ ਕਰਕੇ, ਜਿਵੇਂ ਹੁਣ ਆਪਾਂ ਸਬਜ਼ੀ ਦੀ ਗੱਲ ਕਰੀਏ, ਜੇ ਮੈਂ ਐਗਜ਼ਾਮਪਲ ਦੇਵਾਂ, ਜਾਂ ਫੁੱਲਾਂ ਦੀ ਗੱਲ ਕਰੀਏ, ਤਾਂ ਉਸ 'ਚ ਜਿਹੜੀ ਪ੍ਰੋਸੈਸਿੰਗ ਹੈ ਉਹ ਫਸਟ ਸਟੇਜ ਹੈ ਗ੍ਰੇਡਿੰਗ। ਵੀ ਤੁਸੀਂ ਚੂਜ਼ ਕਰ ਲਿਆ ਜਿਹੜਾ ਤੁਹਾਨੂੰ ਸਾਫ਼ ਫਰੂਟ ਲੱਗਦਾ ਹੈ, ਵੈਜੀਟੇਬਲ ਸਾਫ਼ ਲੱਗਦੀ ਹੈ, ਉਹਨੂੰ ਅੱਡ ਕੱਢ ਲਿਆ ਅਤੇ ਉਹਨੂੰ ਉਸ ਕਸਟਮਰ ਕੋਲ ਪਹੁੰਚਾਤਾ ਜਿਹਨੂੰ ਉਹਦੀ ਰਿਕੁਆਇਰਮੈਂਟ ਹੈ, ਜਿਹੜਾ ਉਹੋ ਜਿਹੀ ਚੀਜ਼ ਚਾਹੁੰਦਾ ਹੈ, ਉਹਨੂੰ ਵੀ ਆਪਾਂ ਪ੍ਰੋਸੈਸਿੰਗ ਕਹਿੰਦੇ ਹਾਂ। ਜਿਵੇਂ ਹੁਣ ਮਿਲਕ ਹੈ, ਆਪਣੇ ਕੋਲ ਰਾਅ ਮਿਲਕ ਹੈ, ਤੁਸੀਂ ਗਾਂ ਦਾ ਮੱਝ ਦਾ ਅੱਡ ਕਰ ਲਿਆ ਅਤੇ ਉਹਨੂੰ ਫੈਟ ਵਾਈਜ਼ ਡਿਵਾਈਡ ਕਰ ਲਿਆ ਅਤੇ ਉਹਦੀ ਤੁਸੀਂ ਪੈਕਿੰਗ ਕਰਕੇ ਉਹਨੂੰ ਮਾਰਕੀਟ 'ਚ ਲੈ ਕੇ ਆ ਰਹੇ ਹੋ, ਉਹ ਵੀ ਪ੍ਰੋਸੈਸਿੰਗ ਹੈ। ਦੁੱਧ ਤੋਂ ਤੁਸੀਂ ਬਰਫੀ ਬਣਾ ਲਈ, ਪਨੀਰ ਬਣਾ ਲਿਆ, ਉਹ ਵੀ ਪ੍ਰੋਸੈਸਿੰਗ ਹੈ। ਪਰ ਤੁਸੀਂ ਇਸ 'ਚ ਜੇ ਮੰਨ ਕੇ ਚੱਲੋ, ਇਸ 'ਚ ਬਹੁਤ ਸਾਰੇ ਸੈਕਟਰ ਹੈ। ਐਗਰੀਕਲਚਰ ਕੋਈ ਇੱਕ ਚੀਜ਼ ਨਹੀਂ ਹੈਗੀ ਵੀ ਆਪਾਂ ਸਿਰਫ ਜਿਹੜਾ ਹੈਗਾ ਖੇਤੀ ਕਰਨੀ ਹੈ ਸਬਜ਼ੀ, ਉਸ 'ਚ ਵੀ ਬਹੁਤ ਸਾਰੇ ਅੱਗੇ ਕੰਸੈਪਟ ਹੈ। ਤੁਸੀਂ ਕੋਈ ਵੀ ਐਗਰੀ ਬਿਜ਼ਨਸ ਜੇ ਆਪਾਂ ਹੁਣ ਚਾਹੀਏ ਨਾ, ਜੇ ਇਹਨੂੰ ਫਾਇਦੇਮੰਦ ਬਣਾਉਣਾ ਐਗਰੀਕਲਚਰ ਨੂੰ, ਤਾਂ ਐਗਰੀ ਬਿਜ਼ਨਸ ਅਡੋਪਟ ਕਰਨਾ ਪਊਗਾ। ਸਿਰਫ ਐਗਰੀਕਲਚਰ ਅਡੋਪਟ ਨਹੀਂ ਕਰਨੀ ਪਊਗੀ, ਇਸ ਨੂੰ ਬਿਜ਼ਨਸ ਮਾਈਂਡਡ ਹੋ ਕੇ ਆਪਾਂ ਨੂੰ ਬਿਜ਼ਨਸ ਪਲਾਨ ਬਣਾ ਕੇ ਪ੍ਰੋਪਰ ਇੱਕ ਸਟ੍ਰੈਟਜੀ ਬਣਾ ਕੇ ਸਪਲਾਈ ਚੇਨ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਸਵਾਲ ਮੇਰਾ ਹੋਰ ਕਿ ਜਦੋਂ ਖਾਸ ਕਰਕੇ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਧੌਣ 'ਚ ਕਿੱਲਾ ਆ ਜਾਂਦਾ ਸਾਡੇ ਨੌਜਵਾਨਾਂ ਦੀ, ਅਸੀਂ ਆਪਣੇ ਹੱਥੀਂ ਕਿਰਤ ਕਰਨੀ ਪਸੰਦ ਨਹੀਂ ਕਰਦੇ। ਬਾਹਰ ਜਾ ਕੇ ਤਾਂ ਅਸੀਂ ਭਾਂਡੇ ਵੀ ਮਾਂਜ ਲੈਂਦੇ ਹਾਂ, ਪਰ ਇੱਥੇ ਉਹ ਚੀਜ਼ਾਂ ਨਹੀਂ ਕਰਦੇ, ਸ਼ਰਮ ਆਉਂਦੀ ਆ। ਕਾਰਨ ਕੀ ਮੰਨਦੇ ਹੋ ਕਿ ਉੱਥੇ ਅਤੇ ਇੱਥੇ ਦੇ ਮਾਹੌਲ 'ਚ ਫ਼ਰਕ ਕੀ ਰਹਿ ਜਾਂਦਾ ਹੈ ਕਿ ਇੱਥੇ ਸਾਨੂੰ ਸ਼ਰਮ ਆਉਂਦੀ ਹੈ, ਉੱਥੇ ਜਾ ਕੇ ਅਸੀਂ ਗੋਰਿਆਂ ਦੇ ਭਾਂਡੇ ਵੀ ਮਾਂਜ ਲੈਂਦੇ ਹਾਂ ਤਾਂ ਵੀ ਸਾਨੂੰ ਸ਼ਰਮ ਨਹੀਂ ਆਉਂਦੀ? ਕਾਰਨ ਕੀ ਆ? ਇਹਦਾ ਸਭ ਤੋਂ ਵੱਡਾ ਕਾਰਨ ਤਾਂ ਹੁਣ ਇਹੀ ਹੈ ਕਿ ਜਿਹੜਾ ਆਪਣਾ ਇਹ ਉਹਨਾਂ ਨੂੰ ਇੱਕ ਦਿਖਾਵੇ ਵਾਲਾ ਹੋ ਗਿਆ ਕਿ ਅਸੀਂ ਜਿਹੜਾ ਦਿਖਾਵੇ ਵਾਲਾ ਕਨਸੈਪਟ ਹੈ ਉਹ ਉਹਨਾਂ ਨੂੰ ਅੱਡ ਕਰਨਾ ਪਊਗਾ ਆਪਣੇ ਆਪ ਤੋਂ। ਜੇ ਉਹਨਾਂ ਨੂੰ ਉਰੇ ਕੁਛ ਕਰਕੇ ਦਿਖਾਉਣਾ ਹੈ, ਉਰੇ ਕਰਨ ਨੂੰ ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਇੱਥੇ ਜੇ ਤੁਸੀਂ ਐਗਰੀ ਬਿਜ਼ਨਸ ਵਾਲੀ ਲਾਈਨ ਅਡੋਪਟ ਕਰੋ ਤਾਂ ਤੁਸੀਂ ਜਿਹੜਾ ਹੁਣ ਰਾਅ ਮਟੀਰੀਅਲ ਤੁਸੀਂ ਕੁਛ ਵੀ ਦੇਖ ਲਓ, ਚਾਹੇ ਤੁਸੀਂ ਬ੍ਰੈਡ ਲੈ ਲਓ, ਚਾਹੇ ਤੁਸੀਂ ਪੀਜ਼ਾ ਲੈ ਲਓ, ਉਹਦਾ ਬੇਸ ਲੈ ਲਓ, ਕੋਈ ਵੀ ਚੀਜ਼ ਹੈ ਉਹਦਾ ਰਾਅ ਮਟੀਰੀਅਲ ਐਗਰੀਕਲਚਰ ਤੋਂ ਆਉਣਾ ਹੈ। ਜੇ ਐਗਰੀਕਲਚਰ ਹੈ ਤਾਂ ਵੱਡੀ ਵੱਡੀ ਇੰਡਸਟਰੀਜ਼ ਸੇਵ ਨੇ, ਚਾਹੇ ਉਹ ਤੁਸੀਂ ਕੱਪੜੇ ਦੀ ਲਾ ਲਓ, ਚਾਹੇ ਤੁਸੀਂ ਜੂਟ ਦੀ, ਫਾਈਬਰ ਦੀ, ਚਾਹੇ ਤੁਸੀਂ ਆਪਣਾ ਬੇਕਰੀਜ਼ ਲਾ ਲਓ, ਚਾਹੇ ਸਵੀਟ ਸ਼ੋਪ ਲਾ ਲਓ, ਜਿਹੜਾ ਉਹਨਾਂ ਦਾ ਬੇਸ ਹੈ, ਰਾਅ ਮਟੀਰੀਅਲ ਹੈ, ਉਹ ਐਗਰੀਕਲਚਰ ਤੋਂ ਹੀ ਆਉਣਾ। ਅਤੇ ਜੇ ਉਹ ਤੁਸੀਂ ਆਪਣਾ ਖੁਦ ਸਾਂਭੋਗੇ ਅਤੇ ਡਾਇਰੈਕਟ ਆ ਕੇ ਉਹਨਾਂ ਨਾਲ ਬਿਜ਼ਨਸ ਮਾਈਂਡਡ ਹੋ ਕੇ ਗੱਲ ਕਰੋਗੇ, ਟੇਬਲ ਟਾਕ ਕਰੋਗੇ, ਤਾਂ ਉਹਨਾਂ ਨੂੰ ਰਿਕੁਆਇਰਮੈਂਟ ਹੈ, ਉਹ ਬਾਹਰੋਂ ਕਿਉਂ ਲੈਣ। ਜਿਵੇਂ ਹੁਣ ਆਪਾਂ ਗੱਲ ਕਰੀਏ ਫੋਰ ਐਗਜ਼ਾਮਪਲ ਦੇਸੀ ਘਿਓ ਦੀ ਹੈ, ਧਾਰਮਿਕ ਸਥਾਨ ਨੇ ਆਪਣੇ, ਸਾਰੇ ਧਾਰਮਿਕ ਸਥਾਨਾਂ 'ਤੇ ਦੇਸੀ ਘਿਓ ਚਾਹੀਦਾ ਹੈ। ਜੇ ਉਹ ਦੇਸੀ ਘਿਓ ਆਪਾਂ ਪ੍ਰੋਡਿਊਸ ਕਰਕੇ ਉਹਨਾਂ ਨੂੰ ਦੇਣ, ਆਪਾਂ ਉਹਨਾਂ ਨਾਲ ਗੱਲ ਕਰੀਏ, ਪਰ ਉਸ ਗੱਲ ਕਰਨ ਲਈ ਆਪਾਂ ਨੂੰ ਅਵੇਅਰਨੈਸ ਅਤੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਆਪਾਂ ਦੂਜੇ ਬੰਦੇ ਨਾਲ ਗੱਲ ਕਰ ਸਕਦੇ ਹਾਂ, ਅਸੀਂ ਤੁਹਾਨੂੰ ਰਾਅ ਮਟੀਰੀਅਲ ਦੇਵਾਂਗੇ, ਦੱਸੋ ਕਿਹੋ ਜਿਹਾ ਚਾਹੀਦਾ। ਸਾਡੇ ਬਜ਼ੁਰਗਾਂ ਨੂੰ ਇਹ ਸੀ, ਉਹਨਾਂ ਨੂੰ ਸਿਰਫ ਵਿਚਾਰਿਆਂ ਨੂੰ ਅਨਾਜ ਤੱਕ ਮਤਲਬ ਸੀ, ਉਹ ਅਨਾਜ ਤੱਕ ਸੀਮਤ ਸੀ ਵੀ ਆਪਾਂ ਅਨਾਜ ਹੈ ਜਿਹੜਾ ਉਹ ਪੈਦਾ ਕਰ ਲਿਆ। ਅਤੇ ਉਸ ਟਾਈਮ ਇੰਨੇ ਸੋਰਸ ਵੀ ਨਹੀਂ ਸੀ, ਉਹਨਾਂ ਕੋਲ ਸਿਰਫ ਇਹੀ ਸੀ ਕਿ ਉਹਨਾਂ ਨੇ ਜਿਹੜਾ ਸੀਜ਼ਨਲ ਅਨਾਜ ਹੈ ਉਹ ਪੈਦਾ ਕਰ ਲਿਆ, ਚਾਹੇ ਉਹ ਕਣਕ ਹੈ, ਝੋਨਾ ਹੈ, ਚਾਹੇ ਉਹ ਮੱਕੀ ਹੈ, ਉਹਨਾਂ ਨੂੰ ਸਿਰਫ ਇੱਥੇ ਤੱਕ ਜਾਂ ਕੁਝ ਕੁ ਸਬਜ਼ੀਆਂ। ਉਸ ਤੋਂ ਬਿਨਾਂ ਹੁਣ ਪੰਜਾਬ ਦੀ ਜਿਹੜੀ ਜਰਖੇਜ਼ ਧਰਤੀ ਹੈ ਉੱਥੇ ਤੁਸੀਂ ਕੋਈ ਵੀ ਵੈਜੀਟੇਬਲ, ਕੋਈ ਵੀ ਫਰੂਟ, ਕੁਝ ਵੀ ਉਗਾ ਸਕਦੇ ਹੋ। ਇਹ ਜਿਹੜਾ ਕਲਾਈਮੇਟ ਕੰਡੀਸ਼ਨਸ ਨੇ ਜਾਂ ਜਿਹੜੀ ਰੱਬ ਦੀ ਦੇਣ ਹੈ ਉਹ ਪੰਜਾਬ ਨੂੰ ਹੈ, ਅਤੇ ਇੱਥੇ ਤੁਸੀਂ ਕੁਝ ਵੀ ਰਾਅ ਮਟੀਰੀਅਲ ਪ੍ਰੋਡਿਊਸ ਕਰਕੇ ਕਿਸੇ ਵੀ ਇੰਡਸਟਰੀ ਨੂੰ ਸਪਲਾਈ ਕਰ ਸਕਦੇ ਹੋ। ਬਾਈ ਇਹ ਮੇਰਾ ਸਵਾਲ ਹੋਰ ਕਿ ਹੁਣ ਦਿਹਾੜੀ ਕਿੰਨੀ ਕੁ ਬਣ ਜਾਂਦੀ ਹੈ? ਖਰਚਾ ਪਾਣੀ ਨਿਕਲ ਜਾਂਦਾ, ਗੱਡੀ ਦਾ ਤੇਲ ਪਾਣੀ? ਹਾਂਜੀ ਭਾਜੀ, ਖਰਚਾ ਪਾਣੀ ਨਿਕਲਿਆ ਹੁੰਦਾ ਅਤੇ ਦਿਹਾੜੀ ਵੀ ਵਧੀਆ ਬਣ ਜਾਂਦੀ ਹੈ, ਜੋਬ ਤੋਂ ਤਾਂ ਵਧੀਆ ਬਣ ਜਾਂਦੀ ਹੈ। ਤਨਖਾਹ ਕਿੰਨੀ ਕੁ ਸੀ ਪਹਿਲਾਂ ਵਾਲੀ? ਜਿਹੜੀ ਤਨਖਾਹ ਸੀ ਉਹ ਨੀਅਰ ਅਬਾਊਟ 35 ਪਹੁੰਚਦੀ ਸੀ। 35 ਸੀ, ਜਾਣੀ 35 ਤੋਂ ਉੱਤੇ ਦਾ ਹਿਸਾਬ ਲਾ ਲਈਏ ਵੀ 35 ਤੋਂ ਜ਼ਿਆਦਾ ਹੀ ਬਣਦੇ ਆ, ਹੈ ਨਾ? ਹਾਂਜੀ, ਜੇ ਤੁਸੀਂ ਹਿਸਾਬ ਲਾ ਕੇ ਚੱਲਦੇ ਹੋ, ਅਤੇ ਇਹ ਹਲੇ ਮੇਰੀ ਸਟਾਰਟਿੰਗ ਹੈ, ਇਹ ਮੈਂ ਸਟਾਰਟ ਕੀਤਾ ਹੈ। ਹਲੇ ਮੇਰੇ ਕੋਲ ਜਿਹੜਾ ਇੱਥੇ ਪਹੁੰਚਦਾ ਹੈ ਉਹ 15 ਤੋਂ 20 ਕਿਲੋ ਮਾਲ ਹੀ ਪਹੁੰਚਦਾ। ਇਹ ਗੱਲ ਤਾਂ ਨਹੀਂ ਹੋਊ ਕਿ ਆਪਣੀ ਇੰਟਰਵਿਊ ਦੇਖ ਕੇ ਹਰੇਕ ਚੌਂਕ 'ਤੇ ਸਾਨੂੰ ਗੱਡੀ ਖੜੀ ਮਿਲਿਆ ਕਰੂਗੀ ਬਰਫੀ ਵਾਲੀ? ਨਹੀਂ, ਇਹ ਵੀ ਹੋ ਸਕਦਾ। ਮੈਂ ਤਾਂ ਇਹੀ ਚਾਹੁੰਦਾ ਕਿ ਚਲੋ ਇੱਕ ਮਾਰਕੀਟ ਇਹ ਵੀ ਸਾਂਭ ਲਓ ਤਾਂ ਉਹ ਵੀ ਬਹੁਤ ਹੈ। ਬਟ ਇਹ ਹੈ ਕਿ ਸਾਨੂੰ ਜਿਹੜਾ ਹੈਗਾ ਨਾ ਅਲੱਗ-ਅਲੱਗ ਜਿਹੜਾ ਹੈ ਕਲਸਟਰ 'ਤੇ ਕੰਮ ਕਰਨਾ ਚਾਹੀਦਾ ਹੈ। ਜਿਹੜਿਆਂ ਨੂੰ ਇਹ ਹੈ ਡੈਰੀ 'ਚ ਇੰਟਰਸਟ ਹੈ ਉਹ ਡੈਰੀ ਕਲਸਟਰ ਫੜ ਲੈਣ, ਜਿਨ੍ਹਾਂ ਨੂੰ ਇਹ
ਖੇਤੀ ਨਾਲ ਜਾਂ ਸਬਜ਼ੀ ਨਾਲ ਲਗਾਵ ਹੈ, ਜਾਂ ਜਿਨ੍ਹਾਂ ਨੂੰ ਹੈਗਾ ਫਲੋਰੀਕਲਚਰ ਨਾਲ ਹੈ, ਜਾਂ ਫਿਰ ਉਸ ਤੋਂ ਬਾਅਦ ਬੀ ਕੀਪਿੰਗ ਹੈ, ਉਸ ਤੋਂ ਬਾਅਦ ਮੀਟ ਪ੍ਰੋਸੈਸਿੰਗ ਹੈ, ਮੀਟ 'ਚ ਵੀ ਤੁਸੀਂ ਆ ਸਕਦੇ ਹੋ, ਪਿਗਰੀ ਦਾ ਹੋ ਗਿਆ, ਗੋਟ ਮਿਲਕ ਦਾ ਹੋ ਗਿਆ। ਤਾਂ ਬਹੁਤ ਸਾਰੇ ਕੰਸੈਪਟ ਨੇ, ਤੁਸੀਂ ਕੋਈ ਵੀ ਇੱਕ ਕਲਸਟਰ ਫੜ ਕੇ ਉਹਤੇ ਕੰਮ ਕਰ ਸਕਦੇ ਹੋ। ਤਾਂ ਐਗਰੀ ਬਿਜ਼ਨਸ ਆਰਾਮ ਨਾਲ ਜਿਹੜਾ। ਹੁਣ ਬਰਫੀ ਦਿਖਾ ਦਿਓ ਸਾਨੂੰ, ਕਿਹੜੀ ਕਿਹੜੀ ਹੈ ਤੁਹਾਡੇ ਕੋਲੇ, ਕਿਹੜੇ ਕਿਹੜੇ ਤਰੀਕੇ ਦੀ ਬਰਫੀ ਆ? ਤੇ ਆਪਣੇ ਕੋਲ ਗਜਰੇਲਾ ਬਰਫੀ ਆ ਜੀ। ਹਾਂਜੀ, ਇਸ 'ਚ ਆਪਾਂ ਸਿਰਫ ਗਾਜਰ ਤੇ ਖੋਆ ਤੇ ਦੁੱਧ ਤੇ ਚੀਨੀ। ਅੱਛਾ, ਕਿੰਨੇ ਵਜੇ ਬਣਾਉਣ ਲੱਗਦੇ ਹੋ ਸਵੇਰੇ, ਤੇ ਫਰੈਸ਼ ਜਦੋਂ ਬਣਾਉਂਦੇ ਹੋ ਕਿੰਨਾ ਟਾਈਮ ਲੱਗ ਜਾਂਦਾ, ਤੇ ਕਿੰਨੇ ਵਜੇ ਫਿਰ ਇੱਥੇ ਲੈ ਕੇ ਆਉਂਦੇ ਹੋ? ਜਿਹੜਾ ਇਹ ਸਵੇਰ ਵਾਲਾ ਮਿਲਕ ਹੈ ਉਹ ਤਾਂ ਅਸੀਂ ਇੱਥੇ ਸਪਲਾਈ ਕਰਦੇ ਹਾਂ, ਉਹ ਮੈਂ ਹੋਮ ਡਿਲੀਵਰੀ ਖੁਦ ਹੀ ਕਰਦਾ ਸਵੇਰੇ, ਉਹ ਵੀ ਗੱਡੀ 'ਚ ਹੀ ਕਰਦੇ ਹਾਂ। ਤੇ ਜਿਹੜਾ ਸ਼ਾਮ ਵਾਲਾ ਦੁੱਧ ਹੈ ਉਹਦੀ ਚਵਾਈ ਅਸੀਂ 4:30 ਖਤਮ ਕਰ ਲੈਂਦੇ ਹਾਂ। ਚਵਾਈ ਵਾਲੇ ਜਿਹੜੇ ਮੈਂਬਰ ਹੈਗੇ ਆ ਮਾਤਾ ਜੀ ਤੇ ਵਾਈਫ ਹੈ ਇਸ ਟਾਈਮ, ਤੇ ਸਵੇਰੇ ਜਿਹੜੀ ਜ਼ਿੰਮੇਵਾਰੀ ਮੇਰੀ ਹੁੰਦੀ ਹੈ। ਤੇ ਲੇਬਰ ਵੀ ਅਸੀਂ ਬਹੁਤ ਘੱਟ ਫਿਲਹਾਲ ਯੂਜ਼ ਕਰ ਰਹੇ ਹਾਂ। ਲੇਬਰ ਅਸੀਂ ਸਿਰਫ ਇੱਕ ਬੰਦਾ ਰੱਖਿਆ ਹੋਇਆ, ਉਸ ਤੋਂ ਬਾਅਦ ਪੂਰੀ ਫੈਮਿਲੀ ਇਸ 'ਚ ਇਨਵੋਲਵ ਹੈ। ਤੇ 4:30 ਵਜੇ ਅਸੀਂ ਜਿਹੜਾ ਹੈਗਾ ਖੋਆ ਬਣਾਉਣ ਲੱਗ ਜਾਂਦੇ ਹਾਂ, ਤੇ 8-9 ਵਜੇ ਤੱਕ ਖੋਆ ਬਣ ਜਾਂਦਾ। ਉਸ ਤੋਂ ਬਾਅਦ ਉਹਦੀ ਬਰਫੀ ਬਣਾ ਦਿੰਦੇ ਹਾਂ, ਤੇ ਫਿਰ ਨਾਲ ਦੀ ਨਾਲ ਜਿਹੜਾ ਹੈਗਾ ਗਾਜਰ ਪਾ ਕੇ, ਆ ਜਿਹਨੂੰ ਆਪਾਂ ਗਜਰੇਲਾ ਬਰਫੀ ਆ ਗਾਜਰ ਦੀ ਬਰਫੀ ਕਹਿੰਦੇ ਹਾਂ, ਫਿਰ ਉਹ ਵੀ ਨਾਲ ਦੀ ਨਾਲ ਅਸੀਂ ਬਣਾਉਂਦੇ ਹਾਂ। ਜਿਹੜਾ ਹੈਗਾ 2 ਕੜਾਹੀਆਂ ਦੇ ਕੰਮ ਚੱਲਦਾ, ਇੱਕ 'ਚ ਖੋਆ ਚੱਲਦਾ ਤੇ ਦੂਜੇ 'ਚ ਗਜਰੇਲਾ ਚੱਲਦਾ। ਦੂਜਾ ਹੁਣ ਦੂਜੀ ਦਿਖਾ ਦਿਓ ਕਿਹੜੀ ਆ? ਤੇ ਆ ਗਜਰੇਲਾ ਦਿਖਾਤਾ ਬਾਈ ਹੋਰਾਂ ਨੇ। ਤੇ ਇਹ ਹੈਗੀ ਜੀ ਖੋਏ ਦੀ, ਇਸ 'ਚ ਸਿਰਫ ਆਪਾਂ 100% ਖੋਆ ਤੇ ਚੀਨੀ, ਤੀਜੀ ਚੀਜ਼ ਆਪਾਂ ਕੋਈ ਐਡ ਨਹੀਂ ਕਰਦੇ, ਨਾ ਕੋਈ ਪ੍ਰੀਜ਼ਰਵੇਟਿਵ ਐਡ ਕਰਦੇ ਆ, ਨਾ ਕੋਈ ਐਡੀਟਿਵ, ਕੁਝ ਵੀ ਯੂਜ਼ ਨਹੀਂ ਕਰਦੇ। ਸਿਰਫ ਆਪਣੀ ਚੀਨੀ ਤੇ ਖੋਆ ਹੋਊਗਾ, ਘਿਓ ਵਗੈਰਾ ਜਾਂ ਆਟਾ ਜਾਂ ਸੂਜੀ ਉਹ ਕੁਝ ਵੀ ਐਡ ਨਹੀਂ ਕਰਦੇ। ਜਾਨੀ ਸ਼ੁੱਧ ਹੁੰਦੀ ਆ ਹਰ ਇੱਕ ਚੀਜ਼। ਤੇ ਬਾਈ ਜੇ ਮੈਂ ਗੱਲ ਕਰਾਂ ਕਿ ਜਿਵੇਂ ਹੁਣ ਤੁਸੀਂ ਇੱਥੇ ਆ ਕੇ ਖੜਦੇ ਹੋ, ਤੇ ਕੋਈ ਲੋਕ ਦੇਖਦੇ ਆ, ਲੈ ਕੇ ਜਾਂਦੇ ਆ, ਜਾਂ ਗੱਲਾਂ ਵਾਲਾ ਮਸਾਲਾ ਫੂਕੀ ਵਗ ਜਾਂਦੇ ਆ? ਨਹੀਂ, ਇੱਥੇ ਜਿਹੜਾ ਹੈਗਾ ਨਾ ਸੋਸਾਇਟੀ, ਜਾਂ ਤੁਸੀਂ ਕਹਿ ਲਓ ਵੀ ਇੱਥੇ ਜਿਹੜਾ ਸਰਕਮਸਟਾਂਸਿਸ ਹੈ ਉਹ ਇਹੋ ਜਿਹੇ ਆ, ਉਹੀ ਬੰਦਾ ਅਪਰੋਚ ਕਰਦਾ ਹੈ ਜਿਹਦਾ ਇੰਟਰਸਟ ਹੁੰਦਾ। ਤੇ ਇਹੋ ਜਿਹੇ 10% ਤਾਂ ਹੁੰਦੇ ਆ ਵੀ ਜਿਹੜੇ ਸਿਰਫ ਕੁਐਸਚਨਿੰਗ ਲਈ ਆਉਂਦੇ ਆ, ਬਟ ਉਹ ਵੀ ਵਧੀਆ ਹੈ। ਜੇ ਉਹ ਕੁਐਸਚਨਿੰਗ ਲਈ ਆਈ ਜਾਣਗੇ, ਉਹਨਾਂ ਦੇ ਕੁਐਸਚਨ ਕਲੀਅਰ ਹੋਣਗੇ, ਇੱਕ ਨਾ ਇੱਕ ਦਿਨ ਆ ਕੇ ਉਹ ਆਪਣੇ ਕਸਟਮਰ ਬਣਨਗੇ। ਪਰ ਇੱਥੇ ਜਿਹੜੇ 80% ਜਿਹੜੇ ਹੈਗੇ ਆ ਕਸਟਮਰ ਹੈਗੇ ਆ ਹੁਣ ਰੈਗੂਲਰ। ਤੇ ਜਿਵੇਂ ਜੇ ਹੁਣ ਤੁਹਾਨੂੰ ਕੋਈ ਵੱਡਾ ਆਰਡਰ ਆਉਂਦਾ, ਜੇ ਮੋਹਾਲੀ ਤੁਸੀਂ ਅੱਜ ਮੈਨੂੰ ਕਹੀ ਬਾਈ ਮੈਂ ਮੋਹਾਲੀ ਹਾਂ, ਤੇ ਮੋਹਾਲੀ ਚੰਡੀਗੜ੍ਹ ਤੱਕ ਵੀ ਤੁਸੀਂ ਸਰਵਿਸ ਦੇ ਦਿੰਦੇ ਹੋ, ਕੋਈ ਬਰਫੀ ਗੱਡੀ 'ਚ ਦੇਣ ਵਗ ਜਾਂਦੇ ਹੋ? ਹਾਂਜੀ, ਮੋਹਾਲੀ ਜਿਹੜਾ ਹੈਗਾ ਮੇਰਾ ਸਟਾਰਟ ਕਰਾਇਆ ਸੀ ਉਹ ਖੈਰਾ ਐਜੂਕੇਸ਼ਨ ਟਰਸਟ ਹੈ ਉਹਨਾਂ ਦੀ, ਖੈਰਾ ਮੈਮ ਹੈ, ਉਹਨਾਂ ਨੇ ਜਿਹੜਾ ਹੈਗਾ ਸੀ ਸਭ ਤੋਂ ਪਹਿਲਾਂ ਆਰਡਰ ਦਿੱਤਾ ਸੀ। ਹੁਣ ਉਹਨਾਂ ਨੇ ਫਿਰ ਆਪਣੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੈ ਜਾਂ ਜਿਹੜੇ ਉਹਨਾਂ ਦੇ ਨਜ਼ਦੀਕੀ ਆ, ਉਹਨਾਂ ਨੂੰ ਟੇਸਟ ਕਰਾਇਆ, ਫਿਰ ਉਹਨਾਂ ਨੂੰ ਵਧੀਆ ਲੱਗਿਆ, ਉੱਥੋਂ ਆਰਡਰ ਆਉਣ ਲੱਗ ਗਏ, ਸ਼ਗਨਾਂ ਦੇ ਆਰਡਰ ਆਉਣ ਲੱਗ ਗਏ, ਵਿਆਹਾਂ ਦੇ ਆਰਡਰ ਆਉਣ ਲੱਗ ਗਏ। ਤੇ ਫਿਰ ਹੁਣ ਜਿਹੜਾ ਹੈਗਾ ਹੁਣ ਥੋੜ੍ਹਾ ਜਿਹਾ ਸਟ੍ਰੈਸ ਵੀ ਹੁੰਦਾ। ਹੁਣ ਸਵੇਰ ਦੇ ਚੱਲੇ ਹੋਏ ਆ, ਸਵੇਰ ਦੇ 8 ਵਜੇ ਦੇ ਨਿਕਲੇ ਹੋਏ ਆ, ਤੇ ਹੁਣ ਉਰੇ ਪਹੁੰਚੇ। ਪਰ ਇਹ ਹੈ ਜਿਹੜੀ ਇਹ ਸਟ੍ਰੈਸ ਹੈ, ਇਸ ਸਟ੍ਰੈਸ 'ਚ ਸਕੂਨ ਹੈ, ਸਕੂਨ ਮਿਲਦਾ। ਇਹ ਲੱਗਦਾ ਕਿ ਜਿਹੜਾ ਆਪਣੇ ਕੰਮ 'ਚ ਸਕੂਨ ਹੁੰਦਾ ਉਹ ਕਿਸੇ ਦੇ ਅੰਡਰ ਰਹਿ ਕੇ ਜਾਂ ਕਿਸੇ ਦੇ ਥੱਲੇ ਰਹਿ ਕੇ ਕੰਮ ਨਹੀਂ ਕਰਨ 'ਚ ਉਹ ਸੰਤੁਸ਼ਟੀ ਤੇ ਸਕੂਨ ਨਹੀਂ ਹੁੰਦਾ। ਭਾਜੀ ਇਸ 'ਚ ਜਿਹੜਾ ਹੈਗਾ ਉਹ ਇੰਟਰਸਟ 'ਤੇ ਡਿਪੈਂਡ ਕਰਦਾ ਹੈ। ਤੁਸੀਂ ਹੁਣ ਅਗਰ ਕਿਸੇ ਜੋਬ 'ਚ ਇੰਟਰਸਟਡ ਹੋ ਤਾਂ ਤੁਹਾਨੂੰ ਉਸ 'ਚ ਸਕੂਨ ਮਿਲੇਗਾ। ਜੇ ਹੁਣ ਤੁਸੀਂ ਆਪਣੇ ਹੱਥ ਨਾਲ ਆਪਣਾ ਕੰਮ ਕਰਨ 'ਚ ਇੰਟਰਸਟਡ ਹੋ ਤਾਂ ਤੁਹਾਨੂੰ ਉਸ 'ਚ ਸਕੂਨ ਮਿਲੇਗਾ। ਤਾਂ ਜੇ ਮੇਰੀ ਗੱਲ ਕਰੀਏ ਤਾਂ ਮੈਨੂੰ ਇਸ ਕੰਮ 'ਚ ਜ਼ਿਆਦਾ ਸਕੂਨ ਮਿਲਦਾ। ਬਾਈ ਗੱਲਾਂ ਬਹੁਤ ਸੋਹਣੀਆਂ ਸੀ ਤੁਹਾਡੀਆਂ, ਸਾਡੇ ਦਰਸ਼ਕ ਵੀ ਆਨੰਦ ਮਾਣਨੇ ਹੋਣਗੇ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ। ਥੈਂਕ ਯੂ ਭਾਈ, ਥੈਂਕ ਯੂ ਵੈਰੀ ਮੱਚ। ਸੋ ਇਹ ਸਾਡੇ ਨਾਲ ਗੁਰਜਿੰਦਰ ਸਿੰਘ ਸੀ, ਅਰਬਨ ਸਟੇਟ ਫੇਸ 2 ਪਟਿਆਲਾ ਤੋਂ। ਗੱਡੀ ਦਿਖਾ ਦਿਓ ਬਾਈ ਹੋਰਾਂ ਦੀ, ਜਿਹੜੀ ਗੱਡੀ ਦੇ ਵਿੱਚ ਰੱਖ ਕੇ ਬਾਈ ਹੋਰੀ ਬਰਫੀ ਵੇਚਦੇ ਆ। ਤੇ ਇੱਕ ਨੌਜਵਾਨ ਦੀ ਵੱਖਰੀ ਜੀ ਪਹਿਲ ਹੈ। ਜੇ ਪਹਿਲ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਜੁੜੇ ਰਹੋ ਸਫਰ TV ਦੇ ਨਾਲ। ਬਹੁਤ ਬਹੁਤ ਧੰਨਵਾਦ।